ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं आप जी का दास गुरप्रीत सिंह प्रिंस। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸਾਕਾ ਪੌਂਟਾ ਸਾਹਿਬ। ਉਹ ਸਾਕਾ ਜਿਹਦੇ ਵਿੱਚ ਅਨੇਕਾਂ ਸਿੰਘ ਜਿਹੜੇ ਸ਼ਹੀਦ ਹੋ ਗਏ ਸੀ। ਉਹ ਸਾਕਾ ਜਿਹਦੇ ਵਿੱਚ ਇੱਕ ਨਾਂ ਉੱਭਰ ਕੇ ਆਉਂਦਾ ਵਾ, ਜਿਨ੍ਹਾਂ ਨੇ ਬੜੀ ਚੜ੍ਹਦੀ ਕਲਾ ਵਿੱਚ ਇੱਥੇ ਸੇਵਾ ਕੀਤੀ ਤੇ ਆਪ ਵੀ ਉਹਨਾਂ ਨੂੰ ਗੋਲੀ ਦਾ ਸ਼ਿਕਾਰ ਹੋਣਾ ਪਿਆ। ਅੱਜ ਮੇਰੇ ਬਹੁਤ ਵੱਡੇ ਭਾਗ ਆ ਕਿ ਅੱਜ ਉਹਨਾਂ ਦੀ ਮੈਂ ਇੰਟਰਵਿਊ ਲੈਣ ਵਾਸਤੇ ਪਹੁੰਚਿਆ ਹੋਇਆ ਵਾਂ। ਜਿੰਦਾ ਸ਼ਹੀਦ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਬੇਲਾਂ ਵਾਲੇ। ਆਓ ਉਹਨਾਂ ਨਾਲ ਗੁਰਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਸ਼ੋ ਜਦੋਂ ਮਹੀਨਾ ਆਉਂਦਾ ਵਾ ਤੇ ਉਹ ਸਾਕਾ ਸਾਰਿਆਂ ਦੇ ਸਾਹਮਣੇ ਆ ਜਾਂਦਾ ਵਾ, ਸਾਕਾ ਪੌਂਟਾ ਸਾਹਿਬ, ਕਿਉਂਕਿ ਆਪ ਜੀ ਤੇ ਉਸ ਸਾਕੇ ਦੇ ਗਵਾਹੀ ਭਰਦੇ ਜੇ, ਸਾਕੇ ਦੇ ਵਿੱਚ ਰਹੇ ਜੇ। ਸਾਨੂੰ ਦੱਸੋ ਪਾਸ਼ੋ ਕਿ ਇਹ ਜੋ ਸਾਕਾ ਹੋਇਆ ਉਦੋਂ ਤੁਹਾਡੀ ਉਮਰ ਕਿੰਨੀ ਸੀ? ਸ੍ਰੀਮਾਨ ਸਤਿਕਾਰਯੋਗ ਸਰਦਾਰ ਗੁਰਪ੍ਰੀਤ ਸਿੰਘ ਜੀ ਪ੍ਰੈਸ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੈਸ ਜੀ ਉਸ ਵੇਲੇ ਦਾਸ ਦੀ ਉਮਰ 21 ਸਾਲ ਤੇ 5 ਮਹੀਨੇ ਸੀ। ਸੱਤ ਹੈ ਜੀ। ਤੇ ਪਾਸ਼ੋ ਤੁਸੀਂ ਜਥੇ ਵਿੱਚ ਉਦੋਂ ਮਤਲਬ ਕਿੰਨੇ ਕੁ ਪੁਰਾਣੇ ਉੱਥੇ ਆਏ ਸੀ? ਮੈਂ ਸੰਨ 57 'ਚ ਬਾਬਾ ਜੀ ਦੇ ਹਰੀਆਂ ਬੇਲਾਂ ਬਾਬਾ ਜੀ ਦੇ ਸੇਵਾ ਵਿੱਚ ਹਾਜ਼ਰ ਹੋਇਆ ਸੀ। ਠੀਕ ਹੈ ਜੀ। ਤੇ ਫਿਰ ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਉੱਥੇ ਮਹੰਤਾਂ ਨੇ ਕਬਜ਼ਾ ਕਰ ਲਿਆ? ਤੁਸੀਂ ਫਿਰ ਕਿੱਦਾਂ ਉੱਥੇ ਪਹੁੰਚੇ? ਜਿਹੜੇ ਮਹੰਤ ਸੀ ਇਹ 4 ਪੁਸ਼ਤਾਂ ਤੋਂ ਦਰਬਾਰ ਸ੍ਰੀ ਪੌਂਟਾ ਸਾਹਿਬ ਦੇ ਅਸਥਾਨ ਤੇ ਕਾਬਜ ਸੀ। ਠੀਕ ਹੈ ਜੀ। ਤੇ ਹੁੰਦਿਆਂ ਕੁਦਰਤੀ ਆ ਇਹ ਸੁਤੇ ਸਿੱਧ, ਜਿੱਦਾਂ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਬਚਨ ਕੀਤੇ, ਧਰਮ ਸਾਲ ਦੀ ਝਾਕ ਹੈ ਬਿਹੋ ਖੰਡੂ ਪਾਜ। ਗੁਰੂ ਘਰ ਦੀ ਜਿਹੜੀ ਪੂਜਾ ਦਾ ਧਾਨ ਆ ਇਹ ਖਾਣ ਨੂੰ ਮਿੱਠਾ ਲੱਗਦਾ ਜੀ, ਪਰ ਇਹ ਜਦੋਂ ਜ਼ਹਿਰ ਅੰਦਰ ਉਤਰਦੀ ਆ ਹੱਡਾਂ 'ਚ ਮੱਤ ਮਲੀਨ ਹੋ ਜਾਂਦੀ ਹੈ। ਤੇ ਮਹੰਤ ਗੁਰਦਿਆਲ ਸਿੰਘ ਤੇ ਮਹੰਤ ਬਲਦੇਵ ਸਿੰਘ ਦੋ ਸਗੇ ਭਰਾ ਸੀ। ਬੜਾ ਮਹੰਤ ਗੁਰਦਿਆਲ ਸਿੰਘ, ਛੋਟਾ ਬਲਦੇਵ ਸਿੰਘ। ਇੱਦਾਂ ਦੀਆਂ ਕਰੀਤੀਆਂ ਗਾਲੀਆਂ ਸ਼ੁਰੂ ਕਰ ਦਿੱਤੀਆਂ ਜਿੱਦਾਂ ਹੂਬਹੂ ਨਨਕਾਣੇ ਸਾਹਿਬ ਦਾ ਮਹੰਤ ਨਰੈਣੂ ਸੀ ਜੀ। ਤੇ ਉਸ ਇਲਾਕੇ ਦੀਆਂ ਸੰਗਤਾਂ, ਖਾਸ ਕਰਕੇ ਉਸ ਇਲਾਕੇ 'ਚ ਪੁਰਾਣੇ ਜਿਹੜੇ ਪਰਿਵਾਰ ਗਏ ਸੀ, ਉਹ ਖਾਸ ਕਰਕੇ ਜਲੰਧਰ, ਹੁਸ਼ਿਆਰਪੁਰ, ਇਸ ਏਰੀਏ ਦੀ ਜ਼ਿਆਦਾ ਸੰਗਤ ਸੀ। ਉਹਨਾਂ ਜ਼ਮਾਨਿਆਂ ਦੇ ਜਦੋਂ ਰਿਆਸਤਾਂ ਹੁੰਦੀਆਂ ਸੀ ਤੇ ਉਹਨਾਂ ਨੇ ਉੱਥੇ ਜਾ ਕੇ ਉਹ ਜ਼ਮੀਨ ਆਬਾਦ ਕੀਤੀ। ਫਿਰ ਉਹ ਉੱਥੇ ਆਪਣੇ ਨਗਰ ਵਸਾਏ। ਕਈਆਂ ਪਿੰਡਾਂ ਦਾ ਨਾਂ ਵੀ ਇਹਨਾਂ ਪਿੰਡਾਂ ਦੇ ਨਾਂ ਜਾ ਕੇ ਰੱਖਿਆ, ਜਿੱਦਾਂ ਭੁੰਗਰਨੀ ਨਗਰ ਇੱਥੇ ਆ, ਉੱਥੇ ਵੀ ਭੁੰਗਰਨੀ ਨਗਰ ਹੈ ਜੀ। ਤੇ ਉਹ ਸੰਗਤਾਂ ਦੇਖ ਕੇ ਫਿਰ, ਕਿਉਂਕਿ ਮਹੰਤ ਗੁਰਦਿਆਲ ਸਿੰਘ ਦਾ ਸਰਕਾਰੀ ਦਰਬਾਰੇ ਬਹੁਤ ਅਸਰ ਰਸੂਖ ਸੀ। ਕੁਦਰਤੀ ਆ, ਪਹਿਲਾਂ ਤੋਂ ਅੰਗਰੇਜ਼ਾਂ ਦੇ ਵੇਲੇ ਤੋਂ ਹੀ ਸਰਕਾਰਾਂ ਮਹੰਤਾਂ ਦਾ ਪਿੱਠ ਠੁਕਦੀਆਂ ਆਈਆਂ ਜੀ। ਉਹਦੇ ਪਿੱਠੂ ਬਣ ਕੇ ਇਹ ਮਹੰਤ ਜਿਹੜੇ ਸੀ ਗੁਰੂ ਘਰਾਂ ਦੀ ਘੋਰ ਬੇਅਦਬੀ ਕਰਦੇ ਰਹੇ। ਉਹ ਸੰਗਤਾਂ ਨੇ ਵਿਚਾਰ ਕੀਤੀ ਇਹ ਗੁਰਧਾਮ ਨੂੰ ਆਜ਼ਾਦ ਕਰਾਉਣ ਲਈ ਇੱਥੇ ਦੇ ਮਾਨ ਮਰਜ਼ਾਦਾ ਬਹਾਲ ਕਰਨ ਵਾਸਤੇ ਕਿਸੇ ਜਥੇਬੰਦੀ ਨੂੰ ਜਾ ਕੇ ਬੇਨਤੀ ਕੀਤੀ ਜਾਵੇ। ਕਈ ਪਾਸੇ ਧਿਆਨ ਗਿਆ, ਅਖੀਰ ਉਹਨਾਂ ਦਾ ਧਿਆਨ ਮਿਸਲ ਸ਼ਹੀਦਾਂ ਤਾਲਾਂ ਨਾਲ ਹਰੀਆਂ ਬੇਲਾਂ ਜਥੇਬੰਦੀ ਦੇ ਮੁਖੀ ਸਤਿਕਾਰਯੋਗ ਸੱਚਖੰਡ ਵਾਸੀ ਸਿੰਘ ਸਾਹਿਬ ਬਾਬਾ ਹਰਭਜਨ ਸਿੰਘ ਜੀ ਮਹਾਂਪੁਰਸ਼ਾਂ ਦੇ ਵੱਲ ਗਿਆ ਅਤੇ ਉਸ ਇਲਾਕੇ 'ਚ ਉਹ ਮਹਾਂਪੁਰਸ਼ਾਂ ਨੂੰ ਜਾ ਕੇ ਬੇਨਤੀ ਕਰੀਏ। ਦਾਸ ਦੇ ਦੇਖਦਿਆਂ ਉਸ ਇਲਾਕੇ ਦੇ ਪਤਵੰਤੇ ਸੱਜਣ ਮੁਖੀ ਜਿਹੜੇ ਸੀ ਚੋਣਵੇਂ, ਤਕਰੀਬਨ 15 ਸਰੀਰ ਸੀ, ਉਹਨਾਂ ਨੇ ਆ ਕੇ ਇੱਥੇ ਗੁਰਦੁਆਰਾ ਹਰੀਆਂ ਬੇਲਾਂ ਸਾਹਿਬ ਸੱਚਖੰਡ ਵਾਸੀ ਬਾਬਾ ਜੀ ਦੇ ਕੋਲ ਬੇਨਤੀ ਕੀਤੀ, ਬਾਬਾ ਜੀ ਤੁਸੀਂ ਗੁਰੂ ਕੀ ਫੌਜ ਹੋ, ਉੱਥੇ ਕੋਲ ਬੇਅਦਬੀ ਹੋ ਰਹੀ ਗੁਰੂ ਘਰ ਦੀ, ਅਤੇ ਸਾਤੋਂ ਦੇਖ ਨਹੀਂ ਬਰਦਾਸ਼ਤ ਦੇ ਹੁੰਦੇ, ਪਰ ਅਸੀਂ ਕਰ ਕੁਝ ਨਹੀਂ ਸਕਦੇ। ਤੁਸੀਂ ਕਿਰਪਾ ਕਰੋ ਉਸ ਗੁਰਧਾਮ ਨੂੰ ਪਤਿਤ ਮਹੰਤਾਂ ਤੋਂ ਆਜ਼ਾਦ ਕਰਵਾ ਕੇ ਉੱਥੇ ਗੁਰਮਰਜ਼ਾਦਾ ਬਹਾਲ ਕਰਕੇ ਗੁਰੂ ਘਰ ਦੀ ਪਵਿੱਤਰਤਾ ਨੂੰ ਕਾਇਮ ਕਰੋ। ਬਾਬਾ ਜੀ ਨੇ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਆਖਿਆ, ਕਹਿਣ ਲੱਗੇ ਸਿੰਘੋ ਜ਼ਰੂਰ ਆਵਾਂਗੇ ਅਸੀਂ ਗੁਰੂ ਸਾਹਿਬ ਜੀ ਦਾ ਹੁਕਮ ਲੈ ਕੇ, ਅਤੇ ਤੁਸੀਂ ਨਿਰਾਸ਼ ਨਹੀਂ ਹੋਣਾ, ਉਦਾਸ ਨਹੀਂ ਹੋਣਾ। ਅਤੇ ਉਹ ਇਹ ਆਸ ਲੈ ਕੇ ਮਨ 'ਚ ਫਿਰ ਵਾਪਸ ਚਲੇ ਗਏ। ਅਤੇ ਫਿਰ ਸੰਨ 1964 ਦਾ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਬਣਾ ਕੇ
ਜੀ ਤੇ ਸਤਿਕਾਰਯੋਗ ਬਾਬਾ ਜੀ ਨੇ ਸਾਰੇ ਸਿੰਘਾਂ ਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ 'ਚ ਮੁਹੱਲੇ ਤੋਂ ਅਗਲੇ ਦਿਨ ਇਕੱਠੇ ਕੀਤਾ। ਇਕੱਠੇ ਕਰਕੇ ਗੁਰੂ ਸਾਹਿਬ ਜੀ ਨੇ ਚਾਲਾਂ 'ਚ ਖੜੇ ਹੋ ਕੇ ਬਾਬਾ ਜੀ ਨੇ ਸਾਰੇ ਸਿੰਘਾਂ ਨੂੰ ਸੰਬੋਧਨ ਕੀਤਾ। ਕਹਿਣ ਲੱਗੇ, ਸਿੰਘੋ, ਇੱਕ ਖਾਸ ਗੁਰਮਤਿ ਵਾਸਤੇ ਅੱਜ ਆਪਾਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਇਕੱਠੇ ਹੋਏ ਤੇ ਸਤਿਗੁਰੂ ਜੀ ਦਾ ਪਵਿੱਤਰ ਅਸਥਾਨ ਦਰਬਾਰ ਸ੍ਰੀ ਪੌਂਟਾ ਸਾਹਿਬ, ਜਿੱਥੇ ਮਹੰਤ ਉੱਥੇ ਦੀ ਘੋਰ ਬੇਅਦਬੀ ਕਰ ਰਹੇ, ਆਪਾਂ ਨੂੰ ਜਾਣਾ ਪੈਣਾ ਜੀ। ਉੱਥੇ ਦੀ ਮਾਨ ਮਰਜ਼ਾਦਾ ਨੂੰ ਕਾਇਮ ਕਰਨ ਵਾਸਤੇ ਸਾਰੇ ਤਿਆਰੀ ਕਰੋ ਜੀ। ਨਾਲ ਇਹ ਕਹਿ ਦਿੱਤਾ ਵੀ ਜੇ ਕਿਸੇ ਨੂੰ ਡਰ ਲੱਗਦਾ, ਭੈ ਲੱਗਦਾ, ਉਹ ਇੱਥੇ ਰਹਿ ਜਾਵੇ ਜੀ। ਕਿਉਂਕਿ ਉੱਥੇ ਕੋਈ ਖੀਰ ਜਾਂ ਕੜਾਹ ਪ੍ਰਸ਼ਾਦ ਨਹੀਂ ਵਰਤਣਾ ਜੀ। ਉੱਥੇ ਸਿਰ ਦੇਣੇ ਪੈਣੇ ਜੀ। ਸਾਰੇ ਸਿੰਘਾਂ ਨੇ ਜਕਾਰਾ ਜਾ ਕੇ ਤੇ ਇੱਕ ਜਗ ਜਵਾਨ ਹੋ ਕੇ ਸਾਰਿਆਂ ਨੇ ਬੇਨਤੀ ਕੀਤੀ, ਬਾਬਾ ਜੀ ਅਸੀਂ ਸਾਰੇ ਤਿਆਰ ਆ ਜੀ। ਜੇ ਸਾਨੂੰ ਉੱਥੇ ਸੀਸ ਲਾਉਣੇ ਪੈਣ, ਸਿਰ ਲਾਉਣੇ ਪੈਣ, ਅਸੀਂ ਲਾਵਾਂਗੇ, ਗੁਰਧਾਮ ਨੂੰ ਆਜ਼ਾਦ ਕਰਵਾਵਾਂਗੇ, ਤੁਸੀਂ ਆਗਿਆ ਕਰੋ। ਉੱਥੋਂ ਚਾਲੇ ਪਾਏ। ਫਿਰ ਬਹੁਤ ਲੰਮਾ ਚੌੜਾ ਸਾਰਾ ਇਤਿਹਾਸ ਦੱਸਦੇ। ਦਰਬਾਰ ਸ੍ਰੀ ਪੌਂਟਾ ਸਾਹਿਬ ਜੀ ਦਾ ਖੂਨੀ ਸ਼ਹੀਦੀ ਸਾਕਾ ਦਾਸ ਨੇ ਸਾਰਾ ਹੋ ਲਿਖਿਆ ਤੇ ਸੰਗਤਾਂ ਨੂੰ ਵੀ ਬੇਨਤੀ ਹੈ ਉਹ ਹਰੀਆ ਮੇਲਾ ਸਾਹਿਬ ਤੋਂ ਪ੍ਰਾਪਤ ਕਰ ਸਕਦੇ ਆ ਜੀ। ਤੇ ਇੰਟਰਨੈਟ 'ਚ ਵੀ ਹੋਣਾ ਸਾਰਾ ਤੇ ਉਹ ਜ਼ਰੂਰ ਪੜ੍ਹ ਲੈਣ, ਉਹਦੇ ਤੋਂ ਸਾਰਾ ਪਤਾ ਲੱਗ ਜਾਣਾ ਵੀ ਕਿੱਦਾਂ ਕਿੱਦਾਂ ਹੋਇਆ। ਪਾਸ਼ੋ ਸੰਗਤ ਦੀ ਗੱਲ ਕਰੀਏ, ਉਦੋਂ ਸੰਗਤ ਉੱਥੇ ਕਿੰਨੀ ਕੁ ਰੁਝਾਨ ਸੀ ਗੁਰਦੁਆਰਾ ਪੌਂਟਾ ਸਾਹਿਬ ਦੇ ਵਿੱਚ? ਸੰਗਤ ਬਹੁਤ ਘੱਟ ਆਉਂਦੀ ਸੀ ਜੀ। ਤੇ ਇੱਥੋਂ ਤੱਕ ਸੀ ਵੀ ਧੀ ਭੈਣ ਕੋ ਵੇਲੇ ਕਵੇਲੇ ਮੱਥਾ ਟੇਕਣ ਤੋਂ ਵੀ ਸੰਕੋਚ ਕਰਦੇ ਸੀ, ਕਿਉਂਕਿ ਉਹਦਾ ਚਰਿੱਤਰ ਜਿਹੜਾ ਸੀ ਮਹੰਤ ਦਾ ਇੱਦਾਂ ਦਾ ਸੀ। ਤੇ ਲੰਗਰ ਦੇ ਵਿੱਚ ਹੀ ਸ਼ਰਾਬਾਂ ਕਰਨੀਆਂ, ਉੱਥੇ ਪੀੜੀਆਂ, ਉੱਥੇ ਸਾਰਾ ਕੁਝ ਕਰਨਾ ਜੀ। 600 ਬਿਘਾ ਜ਼ਮੀਨ ਸੀ ਗੁਰੂ ਘਰ ਦੀ ਜੀ। ਤੇ ਰਿਆਸਤਾਂ ਰਾਜੇ ਦੇ ਰਿਆਸਤਾਂ ਦੇ ਰਾਜਿਆਂ ਵੱਲੋਂ ਵੀ ਜ਼ਕੀਰਾਂ ਲੱਗੀਆਂ ਹੋਈਆਂ ਸੀ। 4 ਗੁਰਧਾਮ ਦਰਬਾਰ ਸ੍ਰੀ ਪੌਂਟਾ ਸਾਹਿਬ, ਭੰਗਾਣੀ ਸਾਹਿਬ, ਟੋਕਾ ਸਾਹਿਬ, ਤੀਰਗੜੀ ਤੇ ਨਾਹਨ ਗੁਰਦੁਆਰਾ, ਇਹ ਸਾਰੇ ਗੁਰਦੁਆਰਿਆਂ ਦੀ ਆਮਦਨ ਕੱਲਾ ਮਹੰਤੀ ਸਾਹਿਬ ਦਾ ਸੀ। ਤੇ ਬਾਹਰ ਦਿੱਲੀ, ਸਹਾਰਨਪੁਰ, ਸ਼ਿਮਲਾ, ਉੱਥੇ ਆਪੋ ਆਪਣੀਆਂ ਜਾਇਦਾਦਾਂ ਬੜੀਆਂ ਬੜੀਆਂ ਬਣਾਈਆਂ ਸੀ ਤੇ ਐਸ਼ੋ ਇਸ਼ਰਤ ਆਰਾਮ ਕਰਦਾ ਸੀ। ਉਹਦੇ ਸਾਹਮਣੇ ਕੋਈ ਕੁਸਕਦਾ ਨਹੀਂ ਸੀ। ਸਰਕਾਰੀ ਦਰਬਾਰੇ ਉਹਦਾ ਸਸੋਗ ਹੋਣ ਕਰਕੇ ਤਾਂ ਇਸ ਕਰਕੇ ਇੱਦਾਂ ਦਾ ਮਾਹੌਲ। ਜਦੋਂ ਮੋਰਚਾ ਲੱਗਾ ਤੇ ਕਿੰਨੇ ਸਿੰਘ ਸ਼ਹੀਦ ਹੋਏ ਸੀ ਤੇ ਕਿੰਨੇ ਜ਼ਖਮੀ ਹੋਏ ਉਦੋਂ? 11 ਸਿੰਘ ਸ਼ਹੀਦ ਹੋਏ ਜੀ। ਤੇ 3 ਅਸੀਂ ਦਾਸ ਦੇ ਸਰੀਰ ਸਮੇਤ 3 ਅਸੀਂ ਸਖਤ ਜ਼ਖਮੀ ਹੋ ਗਏ ਜੀ। ਤੇ ਬਾਕੀ 22 ਸਿੰਘ ਜਿਹੜੇ ਸੀ ਉਹਨਾਂ ਨੂੰ ਫਿਰ ਬਾਬਾ ਜੀ ਸਮੇਤ ਉਹ ਜੇਲ੍ਹ 'ਚ ਗਏ ਤੇ ਅਸੀਂ ਉਹ ਤੋਂ ਬਾਅਦ ਫਿਰ 5 ਮਹੀਨੇ ਹਸਪਤਾਲਾਂ 'ਚ ਰਹੇ ਜੀ। ਉਹ ਤੋਂ ਬਾਅਦ ਹਸਪਤਾਲਾਂ 'ਚੋਂ ਆਏ ਫਿਰ ਸਾਡੇ ਤੇ ਮਹੰਤ ਨਾਲ ਰਲ ਕੇ ਗੌਰਮੈਂਟ ਨੇ, ਮੌਕੇ ਦੀ ਸਰਕਾਰ ਨੇ, ਹਿਮਾਚਲ ਸਰਕਾਰ ਨੇ 18 ਝੂਠੇ ਕੇਸ ਸਾਡੇ ਤੇ ਪਾ ਕੇ ਦੁਬਾਰਾ ਬਰੰਡ ਸਾਡੇ ਗ੍ਰਿਫਤਾਰੀ ਜਾਰੀ ਕਰਕੇ ਜੀ। ਫਿਰ ਦੁਬਾਰਾ ਸਾਨੂੰ ਗ੍ਰਿਫਤਾਰ ਕਰਕੇ 6 ਮਹੀਨੇ ਫਿਰ ਅਸੀਂ ਨਾਹਨ ਦੀ ਜੇਲ੍ਹ, ਉਹ ਜੇਲ੍ਹ ਇੱਦਾਂ ਦੀ ਅੰਗਰੇਜ਼ਾਂ ਦੇ ਵੇਲੇ ਦੀ ਬਣੀ, 4 ਫੇਰੇ ਉੱਚੀਆਂ ਪਹਾੜੀਆਂ ਥੱਲੇ ਖੱਡ ਵਿੱਚ ਜਾ ਕੇ ਉਹਦੇ ਉੱਤੇ ਟੀਨਾਂ ਪਈਆਂ ਤੇ ਜੇਠ ਦਾ ਮਹੀਨਾ ਵਾਹਿਗੁਰੂ ਤੇ ਇੱਦਾਂ ਤਪਦੀਆਂ ਸੀ ਉਹ ਜਿੱਦਾਂ ਨਾ ਭੱਠ ਦੇ ਵਿੱਚ ਬੰਦਾ ਬੈਠਾ ਹੁੰਦਾ ਤੇ ਉਹ ਸਮਾਂ ਬੜਾ ਔਖਾ ਸਮਾਂ ਸੀ। ਗੁਰੂ ਸਾਹਿਬ ਨੇ ਬੜੀ ਕਿਰਪਾ ਰੱਖੀ ਨਾਮ ਬਾਣੀ ਦੇ ਆਸਰੇ। ਹਾਂਜੀ ਬਾਬੀ, ਕਦੋਂ ਫਿਰ ਆਜ਼ਾਦ ਕਦੋਂ ਹੋਇਆ ਗੁਰਦੁਆਰਾ ਸਾਹਿਬ ਪੌਂਟਾ ਸਾਹਿਬ? ਗੁਰਦੁਆਰਾ ਸਾਹਿਬ ਜਿਹੜਾ ਸੀ ਜਿਸ ਵੇਲੇ 22 ਮਈ ਨੂੰ ਸਾਕਾ ਹੋਇਆ, ਸਾਰੇ ਪੰਥ ਅੰਦਰ ਇਹ ਅੱਗ ਦੀ ਬਿਜਲੀ ਦੀ ਤਰ੍ਹਾਂ ਇਹ ਖਬਰ ਪਹੁੰਚ ਗਈ ਜੀ। ਤੇ ਸਾਰੀਆਂ ਸੰਗਤਾਂ ਨੇ ਪੌਂਟਾ ਸਾਹਿਬ ਵੱਲੋਂ, ਦਰਬਾਰ ਸ੍ਰੀ ਪੌਂਟਾ ਸਾਹਿਬ ਵੱਲੋਂ ਮਹੀਨਾ ਪਾਤੀਆਂ। ਬਾਕੀ ਸ਼ਹਿਰਾਂ ਤੋਂ ਬਾਹਰਲੇ ਸ਼ਹਿਰ ਦਿੱਲੀ ਤੋਂ ਉੱਥੇ ਜਥੇਦਾਰ ਸੰਤੋਖ ਸਿੰਘ ਜੀ, ਮਾਸਟਰ ਤਾਰਾ ਸਿੰਘ ਜੀ, ਉਸ ਵੇਲੇ ਵੱਖਰਾ ਅਕਾਲੀ ਦਲ ਉਹਨਾਂ ਨੇ ਬਣਾਇਆ ਸੀ। ਇੱਧਰ ਸੰਤ ਫਤਿਹ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀਮਾਨ ਸੰਤ ਚੰਨਨ ਸਿੰਘ ਜੀ ਸੀ। ਇਹਨਾਂ ਨੇ ਵੀ ਕਾਲ ਦਿੱਤੀ ਤੇ ਸਾਰੀਆਂ ਸੰਗਤਾਂ 6 ਜੂਨ ਨੂੰ ਉੱਥੇ ਪਹੁੰਚੋ ਹਮਾ ਕੇ ਜੀ। ਤਕਰੀਬਨ ਫਿਰ ਹਿਮਾਚਲ ਸਰਕਾਰ ਨੇ ਐਮਰਜੈਂਸੀ ਲਾ ਦਿੱਤੀ ਵੀ ਕੋਈ ਵੀ ਗੱਡੀ, ਮੋਟਰਸਾਈਕਲ, ਕਾਰ, ਜੀਪ ਕੋਈ ਵੀ ਹਿਮਾਚਲ ਦੀ ਹੱਦ ਅੰਦਰ ਪ੍ਰਵੇਸ਼ ਨਹੀਂ ਕਰ ਸਕਦਾ 7 ਤਰੀਕ ਨੂੰ ਸਾਰਾ ਦਿਨ। ਤੇ ਇਹਦੇ ਬਾਵਜੂਦ ਸੰਗਤਾਂ ਨੇ ਉੱਥੇ ਹੱਦ ਤੇ ਪਹੁੰਚ ਕੇ, ਜਿੱਥੇ ਹਿਮਾਚਲ ਦੀ ਹੱਦ ਸ਼ੁਰੂ ਹੁੰਦੀ ਆ, ਉਸ ਵੇਲੇ ਹਾਲੇ ਹਰਿਆਣਾ ਨਹੀਂ ਬਣਿਆ ਸੀ, ਹਰਿਆਣਾ ਤਾਂ ਪੰਜਾਬ 'ਚ ਸੀ, ਪੰਜਾਬ ਦੀ ਤਾਂ ਹਿਮਾਚਲ ਦੀ ਹੱਦ ਸੀ, ਜਿੱਥੇ ਉੱਥੇ ਆਪਣੇ ਵਾਹਨ ਖੜੇ ਕਰਕੇ ਪੈਦਲ ਚੱਲ ਕੇ ਪੌਂਟੇ ਸਾਹਿਬ ਤਾਈ ਤੇ ਤਕਰੀਬਨ 7 ਜੂਨ ਨੂੰ 40,000 ਦਾ ਇਕੱਠ ਹੋ ਗਿਆ।
ਵਾਹ ਜੀ 40,000 ਦੇ ਇਕੱਠ ਵਿੱਚ ਫਿਰ ਸਾਰੀਆਂ ਸਮੁੱਚੀਆਂ ਸੰਗਤਾਂ ਨੇ ਮਤੇ ਪਾਸ ਕੀਤੇ। ਇੱਕ 21 ਮੈਂਬਰੀ ਕਮੇਟੀ ਚੁਣੀ ਗਈ ਜਿਹੜਾ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਕਰੇ ਜੀ। ਇੱਕ 11 ਮੈਂਬਰੀ ਚੁਣੀ ਗਈ ਕਮੇਟੀ ਜਿਹੜੀ ਐਕਸ਼ਨ ਕਮੇਟੀ ਕੇਸ ਲੜੇ ਸਾਰੇ ਜੀ। ਤੇ ਉਹਦੇ ਅੰਦਰ ਹੋਰ ਮਤੇ ਪਾਸ ਕੀਤੇ ਗਏ। ਚੁਣੀ ਹੋਈ 21 ਮੈਂਬਰੀ ਕਮੇਟੀ ਨੂੰ ਦਰਬਾਰ ਦਾ ਕਬਜ਼ਾ ਵਾਪਸ ਦਿੱਤਾ ਜਾਵੇ ਤੇ ਜਿਹੜੇ ਸ਼ਸਤਰ ਤੇ ਗੁਰੂ ਸਾਹਿਬ ਦੇ ਹੋਰ ਨਿਸ਼ਾਨੀਆਂ ਇਤਿਹਾਸਕ ਨਿਸ਼ਾਨੀਆਂ ਲੈ ਕੇ ਉਹ ਸਾਰੀਆਂ ਵਾਪਸ ਕੀਤੀਆਂ ਜਾਣ। ਗੁਰੂ ਸਾਹਿਬ ਜੀ ਦੇ ਸਰੂਪ ਜਿਹੜੇ ਜ਼ਖਮੀ ਹੋਏ ਜਿਹਨਾਂ ਦੇ ਉੱਤੇ ਸਿੰਘ ਸ਼ਹੀਦ ਹੋਏ ਸੀ ਤੇ ਉਹ ਸਾਰੇ ਵਾਪਸ ਕੀਤੇ ਜਾਣ। ਜਿਹੜੇ ਕੇਸ ਬਣਾਏ ਸਿੰਘਾਂ ਦੇ ਝੂਠੇ ਉਹ ਸਾਰੇ ਕੇਸ ਵਾਪਸ ਲੈ ਕੇ ਜਿਹੜੇ ਹਸਪਤਾਲਾਂ 'ਚ ਸਿੰਘ ਆ ਉਹਨਾਂ ਦੇ ਚੰਗੇ ਹਸਪਤਾਲਾਂ ਦੇ ਵਿੱਚ ਉਹਨਾਂ ਦਾ ਇਲਾਜ ਕੀਤਾ ਜਾਵੇ। ਇਹ ਸਾਰੇ ਮਤੇ ਪਾਸ ਕਰਕੇ ਫਿਰ ਜਸਟਿਸ ਗੁਰਨਾਮ ਸਿੰਘ ਜੀ ਜਿਹੜੇ ਉਸ ਵੇਲੇ ਸਭ ਤੋਂ ਪਹਿਲਾਂ ਜਦੋਂ ਅਕਾਲੀ ਸਰਕਾਰ ਪੰਜਾਬ 'ਚ ਬਣੀ ਤਾਂ ਚੀਫ ਮਿਨਿਸਟਰ ਬਣੇ ਸੀ ਜੀ, ਉਹਨਾਂ ਦੇ ਥਰੂ ਉਸ ਵੇਲੇ ਜਵਾਹਰ ਲਾਲ ਨਹਿਰੂ ਤਾਂ ਅਕਾਲ ਚਲਾਣਾ ਕਰ ਗਏ ਸੀ। ਉਹਨਾਂ ਦੇ ਥਾਂ ਲਾਲ ਬਹਾਦਰ ਸ਼ਾਸਤਰੀ ਸੀ ਜੀ। ਉਹਨਾਂ ਦੇ ਕੋਲ ਲੈ ਕੇ ਪਹੁੰਚੇ। ਉਹਨਾਂ ਨੇ ਸਾਰੀਆਂ ਮੰਗਾਂ ਪ੍ਰਵਾਨ ਕਰਕੇ ਚੁਣੀ ਹੋਈ ਕਮੇਟੀ ਜਿਹੜੀ ਸੀ ਪੰਥਕ ਕਮੇਟੀ 21 ਮੈਂਬਰੀ ਉਹਨਾਂ ਨੂੰ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੰਭਾਲ ਦਿੱਤਾ ਜੀ। ਸ਼ਸਤਰ ਵਾਪਸ ਕੀਤੇ ਪਰ ਉਹ ਕੇਸ ਨਾ ਵਾਪਸ ਹੋ ਸਕੇ। ਉਹਨਾਂ ਕੇਸਾਂ ਦਾ ਸਾਹਮਣਾ ਫਿਰ ਸਾਨੂੰ ਇਹ ਤੁਸੀਂ ਦੇਖ ਲਓ ਪਈ ਸਾਲ ਡੇਢ ਸਾਲ ਉਹ 6 ਮਹੀਨੇ ਤਾਂ ਜੇਲ੍ਹਾਂ 'ਚ ਰਹੇ। ਫਿਰ ਜ਼ਮਾਨਤ ਹਾਈ ਕੋਰਟ ਤੋਂ ਜਾ ਕੇ ਹੋਈਆਂ ਫਿਰ ਅਸੀਂ ਤਰੀਕਾ ਭੁਗਤਣ ਜਾਂਦੇ ਰਹੇ ਤਾਂ ਫਿਰ ਜਾ ਕੇ ਉਹ ਸਾਰਾ ਫਿਰ ਮੁੜ ਕੇ ਜਸਟਿਸ ਪ੍ਰੀਤਮ ਸਿੰਘ ਜੀ ਸਫੀਰ ਹਾਈ ਕੋਰਟ ਦੇ ਜੱਜ ਸ਼ਿਮਲੇ ਦੇ ਸੀ। ਉਹਨਾਂ ਨੇ ਇੱਕ ਫੈਸਲਾ ਕੀਤਾ। ਇੱਕ ਪਾਸੇ ਜਥੇਬੰਦੀ ਸੀ, ਇੱਕ ਪਾਸੇ ਸੰਗਤ ਸੀ, ਇੱਕ ਪਾਸੇ ਮਹੰਤ ਸੀ। ਉਹ ਕਹਿੰਦਾ ਸੀ ਮੇਰਾ ਹੱਕ ਆ। ਉਹਨੇ ਇੱਕ ਫੈਸਲਾ ਬਹੁਤ ਸੁੰਦਰ ਫੈਸਲਾ ਕੀਤਾ। ਇਹ ਉੱਥੋਂ ਦਾ ਜਿਹੜਾ ਦਰਬਾਰ ਸ੍ਰੀ ਪੌੜਾ ਸਾਹਿਬ ਦਾ ਪ੍ਰਬੰਧ ਆ ਉਹ 11 ਮੈਂਬਰ ਉਹਦੇ ਹੋਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੀ ਉੱਥੇ ਦੇ ਪ੍ਰਧਾਨ ਹੋਣਗੇ ਤੇ ਬਾਕੀ ਦੇ 10 ਮੈਂਬਰ ਸਾਹਿਬਾਨ ਹੋਰ ਹੋਣਗੇ, ਲਾਇਕ ਮੈਂਬਰ ਹੋਣਗੇ। ਜੇ ਕੋਈ ਜੋ ਅਕਾਲ ਚਲਾਣਾ ਕਰ ਜਾਏ ਜਾਂ ਅਸਤੀਫਾ ਦੇ ਜਾਵੇ ਤਾਂ ਬਾਕੀ ਦੇ ਜਿਹੜੇ ਮੈਂਬਰ ਆ ਸਰਬਸੰਮਤੀ ਨਾਲ ਜਾਂ ਬਹੁਤ ਸੰਮਤੀ ਨਾਲ ਚੋਣ ਕਰ ਲੈਣਗੇ। ਮੀਤ ਪ੍ਰਧਾਨ ਤੇ ਜਨਰਲ ਸਕੱਤਰ 2 ਸਾਲ ਬਾਅਦ ਉਹਦੀ ਚੋਣ ਹੋਇਆ ਕਰੋ ਉਹਨਾਂ ਮੈਂਬਰਾਂ ਦੇ ਵਿੱਚੋਂ ਹੀ। ਸੋ ਸਾਰਾ ਪ੍ਰਬੰਧ ਜਿਹੜਾ ਉਸ ਹਿਸਾਬ ਦੇ ਨਾਲ ਪੰਥ ਦੇ ਹੱਥਾਂ ਵਿੱਚ ਆ ਗਿਆ। ਬਾਬਾ ਜੀ ਕੀ ਪੁਲਿਸ ਨੇ ਜਾਂ ਉਸ ਪ੍ਰਸ਼ਾਸਨ ਨੇ ਉਸ ਟਾਈਮ ਮਹੰਤਾਂ ਨੂੰ ਭਜਾਇਆ ਕਿ ਸਿੰਘਾਂ ਨੇ ਭਜਾਇਆ? ਪ੍ਰਸ਼ਾਸਨ ਨੇ ਨਹੀਂ ਭਜਾਇਆ। ਪ੍ਰਸ਼ਾਸਨ ਨੇ ਪੁਲਿਸ ਨੇ ਤਾਂ ਰਲ ਕੇ ਮਹੰਤ ਦੇ ਨਾਲ ਜਿਹੜਾ ਸੀ ਬਹੁਤ ਸਾਰਾ ਪੈਸਾ ਲੈ ਕੇ ਗੁੰਮਰਾਹ ਹੋ ਕੇ ਜੀ ਸ੍ਰੀ ਅਖੰਡ ਪਾਠ ਸਾਹਿਬ ਚੱਲਦਿਆਂ ਤੇ ਗੋਲੀਆਂ ਦਾ ਬੀਮ ਭਰਾਤਾ ਤੇ ਸਿੰਘ ਸ਼ਹੀਦ ਕਰ ਦਿੱਤੇ। ਗੁਰੂ ਸਾਹਿਬ ਦੇ ਸਰੂਪ 'ਚ ਵੀ ਗੋਲੀਆਂ ਲੱਗੀਆਂ। ਸਾਰਾ ਦਰਬਾਰ ਪਾਣੀ ਮੰਗ ਖੂਨ ਤੁਰਿਆ ਫਿਰਦਾ ਸੀ ਤੇ ਸਾਰੀਆਂ ਪਛਾਈਆਂ ਦੇ ਗੁਰੂ ਸਾਹਿਬ ਦੇ ਰਬਾਲੇ ਸ਼ਹੀਦਾਂ ਸਾਹਿਬ ਦੇ ਖੂਨ ਨਾਲ ਲੱਥ-ਪੱਥ ਸੀ। ਇਸ ਕਰਕੇ ਉਹ ਸਾਰੀ ਕਰਤੂਤ ਜਿਹੜੀ ਸੀ ਮਹੰਤ ਦੀ ਸੀ ਜੀ। ਮਹੰਤ ਨਾਲ ਰਲ ਕੇ DC ਆਰ ਕੇ ਚੰਡੇਲ ਜਿਹਨੂੰ ਚੰਡਾਲ ਕਰਕੇ ਸੰਗਤਾਂ ਕਹਿੰਦੀਆਂ ਸੀ ਤੇ ਉਸ ਵੇਲੇ ਦਾ SSP ਮੌਕੇ ਦੇ ਮਹੰਤ ਨੇ ਇਹ ਸੋਚ ਲਿਆ ਵੀ ਜੇ ਤਾਂ ਜਾਂਦਾ ਦੇਖੀ ਅੱਧਾ ਦੀਏ ਵੰਡ ਦੇ ਕੇ ਬਹੁਤ ਸਾਰੇ ਪੈਸੇ ਪਏ। 38 ਸਿੰਘ ਹੈਗੇ ਆ, ਕੁਛ ਇਹਨਾਂ 'ਚ ਬਿਰਦੇ ਆ, ਕੁਛ ਹਾਲੇ ਬੱਚੇ ਆ, ਬਾਕੀ 20-22 ਨੌਜਵਾਨ ਆ। ਇਹਨਾਂ ਨੂੰ ਫੜ ਕੇ ਅੰਦਰ ਦੇ ਦਿਓ, ਕਬਜ਼ਾ ਮੈਨੂੰ ਵਾਪਸ ਦਵਾ ਦਿਓ। ਅਖੰਡ ਪਾਠ ਖੰਡਨ ਵੀ ਹੋ ਜਾ, ਕੋਈ ਡਰ ਨਹੀਂ, ਕੋਈ ਨਹੀਂ, ਕਿਸੇ ਨੇ ਇੱਥੇ ਆਉਣਾ ਨਹੀਂ ਮਗਰ ਇਹਨਾਂ ਨੇ ਪੰਜਾਬ ਤੋਂ। ਇੱਦਾਂ ਕਰਕੇ ਉਹਨਾਂ ਨੇ ਫਿਰ ਮਹੰਤ ਨਾਲ ਰਲ ਕੇ ਪੁਲਿਸ ਨੇ ਜਿਹੜਾ ਸੀ ਉਹ ਸਾਕਾ ਵਰਤਾਇਆ ਜੀ। ਜਦੋਂ ਸਿੰਘ ਆ ਗਏ ਪੰਜਾਬ ਤੋਂ ਉਸ ਤੋਂ ਬਾਅਦ ਹੀ ਮੰਤਰ ਨੂੰ ਭਜਾਇਆ ਗਿਆ? ਉਹ ਤਾਂ ਉਦੋਂ ਹੀ ਉਸੇ ਦਿਨ ਹੀ ਚਲ ਗਿਆ ਸੀ ਬਾਹਰ। ਅੱਛਾ ਜੀ। ਉਸੇ ਦਿਨ ਬਾਹਰ ਚਲ ਗਿਆ ਸੀ। ਪਹਿਲਾਂ ਬੜੀਆਂ ਰੁਕਾਵਟਾਂ ਖੜੀਆਂ ਕੀਤੀਆਂ ਉਹਨੇ। ਇੱਥੇ ਸਾਨੂੰ ਰਾਹ 'ਚੋਂ ਪਤਾ ਲੱਗਾ ਤੇ ਕਾਲੇ ਅੰਬ ਤੋਂ ਗਾਹਾਂ ਲੰਘਣ ਲਈ 200-250 ਬੰਦਾ ਪੁਲਿਸ ਦਾ ਖੜਾ ਕਰ ਦਿੱਤਾ। ਬੜੀ ਲੰਬੀ ਚੌੜੀ ਕਥਾ ਸਾਰੀ ਲਿਖੀ ਆ ਜੀ ਤੇ ਕਿੱਦਾਂ ਹੋਇਆ ਫਿਰ ਕੀ ਮੋਹਰੇ ਕੀਤਾ। 3-4 ਹਜ਼ਾਰ ਬੰਦਾ ਮੋਹਰੇ ਖੜਾ ਕੀਤਾ। ਆਪ ਡੇੜੀ ਦੇ ਵਿੱਚ ਖੜਾ ਹੋਇਆ ਫਿਰ ਰੋਕ ਨਾ ਸਕਿਆ ਤਾਂ ਫਿਰ ਉਹਦੇ ਬਾਅਦ ਉਹ ਚੱਲ ਗਿਆ ਵੀ ਇਹ ਤਾਂ ਅੰਦਰ ਆ ਗਏ ਤਾਂ ਹੁਣ ਫਿਰ ਬਾਹਰ ਫਿਰ ਚਾਰਾ ਚੋਈ ਕਰਨ ਚੱਲ ਗਿਆ। ਕਈ ਦਿਨ ਆਇਆ ਨਹੀਂ ਤੇ ਫਿਰ ਅੰਦਰ ਦਰਬਾਰ 'ਚ ਕਥਾ ਕੀਰਤਨ ਹੋਰ ਸਾਰਾ ਪ੍ਰਬੰਧ ਜਥੇਬੰਦੀ ਨੇ ਸਾਰਾ ਕੀਤਾ ਜੀ। ਉਹਦੇ ਬਾਅਦ ਫਿਰ ਯਤਨ ਕਰਦਾ ਰਿਹਾ ਤੇ ਮੌਕੇ ਦੇ ਜਿਹੜੇ ਅਫਸਰ ਸੀ ਉਹ ਪਹਿਲਾਂ ਇਹ ਕਹਿੰਦੇ ਨੇ ਵੀ ਧਾਰਮਿਕ ਮਸਲਾ ਆ ਤੇ ਕੋਈ ਕਾਨੂੰਨ ਸਾਨੂੰ ਆਗਿਆ ਨਹੀਂ ਦਿੰਦਾ ਵੀ ਅਸੀਂ ਧਾਰਮਿਕ ਮਸਲੇ 'ਚ ਸਿੱਧਾ ਜਿਹੜਾ ਹੈਗਾ ਦਖਲਅੰਦਾਜ਼ੀ ਕਰੀਏ। ਤੂੰ ਉਹਨਾਂ ਨਾਲ ਸੁਲ੍ਹਾ ਕਰ ਤੇ ਜਿਹੜੀਆਂ ਗੱਲਾਂ ਤੁਹਾਡੀਆਂ ਹੈਗੀਆਂ ਬੈਠ ਕੇ ਕਰੋ। ਬਹੁਤ ਵਾਰੀ ਮੀਟਿੰਗਾਂ ਵੀ ਹੋਈਆਂ, ਕਈ ਕੁਛ ਹੋਇਆ ਪਰ ਕੋਈ ਸਾਰਥਕ ਸਿੱਟਾ ਨਿਕਲਦਾ ਨਹੀਂ ਸੀ। ਇਸ ਕਰਕੇ ਮਹੰਤ ਕਹਿੰਦਾ ਸੀ ਮੇਰੀ ਮਾਲਕੀ ਆ, ਮੈਨੂੰ ਕੋਈ ਪੁੱਛ ਨਹੀਂ ਸਕਦਾ, ਮੈਂ ਜੋ ਮਰਜ਼ੀ ਕਰਾਂ। ਬਾਬਾ ਜੀ ਕਹਿੰਦੇ ਸੀ ਇਹ ਖਾਲਸੇ ਪੰਥ ਦੀ ਜਿਹੜੀ ਹੈਗੀ ਆ ਖਾਲਸੇ ਪੰਥ ਦਾ ਹੱਕ ਆ। ਖਾਲਸੇ ਪੰਥ ਦਾ ਪਾਵਨ ਪਵਿੱਤਰ ਸਥਾਨ ਕਲਗੀਧਰ ਪਿਤਾ ਜੀ ਦਾ ਇਤਿਹਾਸਕ ਸਥਾਨ ਹੈ। ਇਸ ਕਰਕੇ ਅਸੀਂ ਤੂੰ ਸੰਗਤ ਨੂੰ ਹਿਸਾਬ ਕਿਤਾਬ ਦੱਸ ਇੱਥੇ ਮਰਜ਼ਾਨਾ ਕਾਇਮ ਕਰ। ਇਸ ਗੱਲ 'ਤੇ ਆ ਕੇ ਗੱਲ ਟੁੱਟ ਜਾਂਦੀ ਸੀ ਜੀ
ਤੇ ਮੁੜ ਕੇ ਫਿਰ ਸਾਕਾ ਹੋਇਆ 22 ਮਈ 1964 ਦਿਨ ਮੰਗਲਵਾਰ ਨੂੰ। ਬਾਬਾ ਜੀ ਗੱਲ ਤੇ ਸੀ ਕਿ ਗੁਰੂ ਦੀ ਬੇਅਦਬੀ ਦੀ, ਕਿਉਂਕਿ ਗੁਰੂ ਦੀ ਬੇਅਦਬੀ ਕਰਦੇ ਸੀ, ਸ਼ਰਾਬਾਂ ਪੀਂਦਾ ਸੀ ਜਾਂ ਉੱਥੇ ਮਾੜੇ ਕਰਮ ਕਰਦਾ ਸੀ। ਪਰ ਬਾਬਾ ਜੀ ਆਪਾਂ ਜੇ ਗੱਲ ਕਰੀਏ ਪਿਛਲੇ ਦਿਨਾਂ ਦੇ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਹੋਈ, ਇੱਕ ਵਾਰੀ ਨਹੀਂ ਹੋਈ, ਅਨੇਕਾਂ ਵਾਰੀ ਹੋਈ ਆ, ਪਰ ਸਾਡੀ ਕੌਮ ਜਾਂ ਸਾਡੇ ਜਿਹੜੇ ਮੁਖੀ ਹੈਗੇ ਆ ਉਹ ਤੇ ਕੋਈ ਕਾਰਵਾਈ ਨਹੀਂ, ਕੋਈ ਕੁਛ ਨਹੀਂ। ਇੱਕ ਪਿਛਲੇ ਦਿਨੀ ਵੀ ਅਸੀਂ ਗੱਲ ਕਰੀਏ ਵੀ ਅਕਾਲ ਤਖ਼ਤ ਸਾਹਿਬ ਦੇ ਸਾਰੇ ਆਪ ਜੀ ਵੀ ਗਏ ਸੀ, ਸਾਰੇ ਉੱਥੇ ਪਹੁੰਚੇ ਸੀ, ਪਰ ਉੱਤੇ ਕੋਈ ਠੋਸ ਫੈਸਲਾ ਜਾਂ ਠੋਸ ਗੱਲਬਾਤ ਕੋਈ ਹੋ ਨਹੀਂ ਰਹੀ ਉੱਤੇ। ਦੇਖੋ ਸਰਦਾਰ ਗੁਰਪ੍ਰੀਤ ਸਿੰਘ ਜੀ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੀ ਜਿੰਦ ਜਾਨ ਹੈ ਜੀ, ਪ੍ਰਗਟ ਗੁਰਾਂ ਕੀ ਦੇਹ ਹੈ। ਮੈਂ ਤਾਂ ਇੱਦਾਂ ਮਰਦਾ ਜੀ, ਬਾਕੀ ਦਾ ਆਪਾਂ ਆਪਣਾ ਸਦਕਾ ਆ ਰਿਹਾ ਜਿੱਦਾਂ ਜਿੱਦਾਂ ਹੈਗਾ। ਹਾਜ਼ਰ ਹਾਜ਼ਰ ਸਤਿਗੁਰੂ ਸੱਚੇ ਪਾਤਸ਼ਾਹ, ਉਹਨਾਂ ਦਾ ਅੰਗ ਅੰਗ ਸੜਕਾਂ ਤੇ ਰੱਖਿਆ ਗਿਆ ਜੀ। ਤੇ ਸਾਡੀ ਸਰਕਾਰ ਹੋਵੇ ਜੀ, ਜੇ ਕੋਈ ਰੱਬ ਪਰਮੇਸ਼ਰ ਨਾ ਕਰੇ, ਮੈਂ ਕਿਸੇ ਤੇ ਕਿੰਦੂ ਪ੍ਰੰਤੂ ਨਹੀਂ ਕਰਦਾ, ਜੇ ਕਿਸੇ ਦਾ ਕੋਈ ਸਕਾ ਸੋਦਰਾ ਕੋਈ ਵਾਰਦਾਤ ਹੋ ਜਾਏ ਜੀ, ਤਾਂ ਤੀਏ ਦਿਨ ਦੋਸ਼ੀ ਲੱਭ ਲੈਂਦੇ ਆ। ਸਹੀ ਗੱਲ ਹੈ ਜੀ। ਤੀਏ ਦਿਨ ਲੱਭ ਲੈਂਦੇ, ਫੜ ਲਿਆ ਬੰਦਾ ਤੀਏ ਦਿਨ ਜੀ। ਜੀ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਰੇ ਸਿੱਖ ਕੌਮ ਹੀ ਨਹੀਂ, ਜਿਨ੍ਹਾਂ ਦਾ ਸਾਰੇ ਧਰਮਾਂ ਦੇ ਜਿਹੜੇ ਮੁਖੀ ਆ, ਸਾਰੇ ਧਰਮਾਂ ਦੇ ਲੋਕ ਸਤਿਕਾਰ ਕਰਦੇ, ਜਿਨ੍ਹਾਂ ਨੂੰ ਮੱਥਾ ਟੇਕਦੇ ਆ, ਜੀ, ਗੁਰੂ ਸਾਹਿਬ ਜੀ ਦੇ ਅੰਗ ਅੰਗ ਸੜਕ ਤੇ ਰੱਖ ਦਿੱਤੇ। ਹੁਣ ਤਾਂ ਅਸੀਂ ਹੁਣ ਤੇ ਨਖਰੇ ਕਰੀ ਜਾਈਏ, ਕਿੰਨੇ ਸਾਲ ਗੁਜ਼ਰ ਗਏ, 6-7 ਸਾਲ ਹੋ ਗਏ, ਦੋਸ਼ੀ ਦੇ ਲੱਭਦੇ ਜੀ। ਦੋਸ਼ੀ ਆਕਾਸ਼ ਚੜ੍ਹ ਗਿਆ, ਧਰਤੀ 'ਚ ਉਤਰ ਗਿਆ, ਇੱਥੇ ਹੀ ਆ ਜੀ। ਜੇ ਗੌਰਮੈਂਟ ਨੂੰ, ਮੌਕੇ ਦੀ ਸਰਕਾਰ ਨੂੰ ਨਹੀਂ ਪਤਾ ਜੀ, ਤਾਂ ਸਾਨੂੰ ਤੁਹਾਨੂੰ ਕਿੱਦਾਂ ਪਤਾ ਲੱਗਣਾ ਜੀ? ਮੌਕੇ ਦੀਆਂ ਸਰਕਾਰਾਂ ਦੀ ਏਜੰਸੀਆਂ, ਉਹਨਾਂ ਦੀ CID, ਉਹਨਾਂ ਦੇ ਸਾਰਾ ਕੁਛ ਆ। ਜੇ ਕੋਈ ਉਹਨਾਂ ਦਾ ਪਰਸਨਲ ਆਪਣਾ ਹੋਵੇ ਤਾਂ 30 ਦਿਨ ਲੱਭ ਲੈਂਦੇ। ਉਹ ਫਿਰ ਜੇ ਉੱਥੇ ਵੀ ਬਿਆਨਾਂ ਤੱਕ ਹੀ ਸੀਮਿਤ ਰਹੇ, ਜਾਣ ਬੁੱਝ ਕੇ ਪੜਦੇ ਪਾਏ ਗਏ। ਮੌਕੇ ਦੀ ਸਰਕਾਰ ਨੇ ਕਦੇ ਪ੍ਰਸ਼ਾਦ ਮਿਲ ਗਿਆ ਉਹਨੂੰ, ਉਹਦੇ ਬਾਅਦ ਦੂਜੀ ਆਈ, ਉਹਨੂੰ ਵੀ ਪ੍ਰਸ਼ਾਦ ਮਿਲ ਗਿਆ ਜੀ। ਹੁਣ ਤੀਜੀ ਜਿਹੜੀ ਆ, ਜੇ ਫਿਰ ਨਾ ਕੋਈ ਸਾਰਥਕ ਸਿੱਟਾ ਨਿਕਲਿਆ, ਪ੍ਰਸ਼ਾਦ ਤੇ ਇਹਨੂੰ ਵੀ ਮਿਲਣਾ ਜੀ। ਉਹ ਗੁਰੂ ਸਾਹਿਬ ਜੀ ਦੀ ਜਿਹੜੀ ਬੇਅਦਬੀ ਆ, ਉਹ ਜੇ ਕੋਈ ਉਹਨੂੰ ਟੱਕਣ ਦਾ ਯਤਨ ਕਰੂਗਾ ਨਾ, ਉਹ ਮਾਫ ਨਹੀਂ ਕਿਸੇ ਤਰ੍ਹਾਂ ਵੀ ਹੋਣਾ। ਗੁਰੂ ਸਾਹਿਬ ਨੇ ਉਹਨੂੰ ਮਾਫ ਨਹੀਂ ਕਰਨਾ। ਸੰਗਤਾਂ ਦੇ ਮਨਾਂ ਵਿੱਚ, ਦਿਲਾਂ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਿਕਾਰ ਆ। ਉਹ ਫਿਰ ਜਦੋਂ ਸਮਾਂ ਆਉਂਦਾ ਹੈ ਨਾ, ਜਿੱਦਾਂ ਵੀ ਆਉਂਦਾ, ਅੱਗੇ ਡਾਕ ਦੀ ਲੜਾਈ ਸੀ, ਹੁਣ ਤਾਂ ਵੱਢਣ ਦਾ ਬੜਾ। ਪਾਛੋ ਇੱਕ ਗੱਲ ਹੋਰ ਵੀ ਆਉਂਦੀ ਕਿ ਦੇਖੋ ਬਾਣਾ ਸਤਿਕਾਰਯੋਗ ਆ, ਨਿਹੰਗ ਸਿੰਘ ਬਹੁਤ ਸਤਿਕਾਰਯੋਗ ਆ, ਬਹੁਤ ਕੁਰਬਾਨੀਆਂ ਇਹਨਾਂ ਦੀਆਂ। ਇੱਕ ਅਸੀਂ ਅੱਜ ਕੱਲ੍ਹ ਗੱਲ ਕਰਦੇ ਹਾਂ, ਕੋਈ ਵੀ ਆਪਣੀ ਜਥੇਬੰਦੀ ਬਣਾ ਲੈਂਦਾ ਵਾ, ਕੋਈ ਵੀ ਬਾਣਾ ਪਾ ਕੇ ਕਰਮ ਕਰਦਾ, ਉਸ ਤੋਂ ਬਾਅਦ ਸਭ ਕੁਛ ਬਾਅਦ ਵਿੱਚ ਹੁੰਦਾ। ਕੀ ਤੁਹਾਨੂੰ ਲੱਗਦਾ ਨਹੀਂ ਕਿ ਇਹ ਚੀਜ਼ਾਂ ਪਹਿਲੋਂ ਸਾਡੇ ਜਥੇਬੰਦੀਆਂ ਨੂੰ, ਜਿੰਨੀਆਂ ਵੀ ਜਥੇਬੰਦੀਆਂ ਹੈਗੀਆਂ ਵਾ, ਉਹ 'ਤੇ ਠੋਸ ਫੈਸਲੇ ਲੈਣੇ ਚਾਹੀਦੇ ਆ ਕਿ ਬਾਣੇ ਨੂੰ ਬਦਨਾਮ? ਸਭ ਪਹਿਲਾਂ ਤਾਂ ਇਹ ਗੱਲ ਆ ਵੀ ਆਮ ਕਰਕੇ ਨਿਹੰਗ ਸਿੰਘ ਜਿਹੜਾ ਸ਼ਬਦ ਆ ਜੀ, ਬਹੁਤ ਉੱਚਾ ਸ਼ਬਦ ਆ ਇਹ ਜੀ। ਇਹਦੇ ਅਰਥ ਤਾਂ ਬਹੁਤ ਸਾਰੇ ਵਿਦਵਾਨਾਂ ਨੇ ਕੀਤੇ ਆ ਜੀ, ਪਰ ਸਿੱਧਾ ਜਿਹਾ ਇਹਦਾ ਅਰਥ ਆ ਇਹ ਨਿਹੰਗ। ਹੰਗਤਾ ਤੋਂ ਰਹਿਤ, ਜਦੋਂ ਗੁਰੂ ਕਾ ਸਿੱਖ ਸਿਮਰਨ ਸਾਧਨਾ ਕਰਦਾ ਹੋਇਆ, ਮਰਜ਼ਾਦਾ ਵਿੱਚ ਰਹਿੰਦਾ ਹੋਇਆ, ਗੁਰੂ ਕੀ ਬਾਣੀ ਦਾ ਨਿਤਨੇਮ ਕਰਦਾ, ਹੰਗਤਾ ਤੋਂ ਰਹਿਤ ਜਦੋਂ ਹੋ ਜਾਂਦਾ, ਉਹਨੂੰ ਕਹਿੰਦੇ ਨਿਹੰਗ ਜੀ। ਉਹ ਕੋਈ ਵੀ ਸਰੀਰ ਹੋ ਸਕਦਾ ਉਹਦਾ, ਕੋਈ ਵੀ, ਭਾਵੇਂ ਕਿਸੇ ਬਾਣੇ 'ਚ ਵੀ ਹੋਵੇ ਜੀ। ਦੂਸਰਾ, ਇਹ ਕੋਈ ਵੱਖਰਾ ਪੰਥ ਨਹੀਂ, ਕੋਈ ਵੱਖਰੀ ਸੰਪਰਦਾ ਨਹੀਂ, ਭਾਵੇਂ ਵਿਦਵਾਨਾਂ ਨੇ ਲਿਖ ਵੀ ਦਿੱਤਾ ਜੀ, ਕਹੀ ਵੀ ਜਾਂਦੇ ਜੀ। ਗੁਰੂ ਸਾਹਿਬ ਨੇ ਕਿਹਾ ਤੇਰਾ ਪੰਥ ਚਲੋ, ਭਾਈ ਬਾਨ ਸਿੰਘ ਜੀ ਨੂੰ ਕਿਹਾ, ਬਾਬਾ ਫਤਿਹ ਸਿੰਘ ਜੀ ਨੂੰ ਕਿਹਾ, ਹੋਰ ਕਈਆਂ ਨੂੰ ਕਿਹਾ, ਲਿਖ ਦਿੱਤਾ ਜੀ। ਪਰ ਗੁਰੂ ਸਾਹਿਬ ਜੀ ਨੇ ਕਿਸੇ ਇੱਕ ਸਿੱਖ ਨੂੰ ਜਾਂ ਕਿਸੇ ਮਹਾਨ ਵਿਅਕਤੀ ਨੂੰ ਇਹ ਆਗਿਆ ਨਹੀਂ ਕੀਤੀ ਵੀ ਤੇਰਾ ਪੰਥ ਚੱਲੂਗਾ। ਗੁਰੂ ਸਾਹਿਬ ਜੀ ਨੇ ਸਾਰੇ ਪੰਥ, ਸਾਰੀਆਂ ਸੰਪਰਦਾਵਾਂ ਤੋੜ ਕੇ ਜੀ, ਇੱਕ ਖੰਡੇ ਬਾਟੇ ਦਾ ਅਮਲ ਛਕਾ ਕੇ, ਸਾਰੀਆਂ ਜਾਤਾਂ ਪਾਤਾਂ ਵਹਿਮ ਭਰਮਾਂ ਨੂੰ ਤੋੜ ਕੇ ਇੱਕ ਖਾਲਸਾ ਪੰਥ ਪ੍ਰਗਟ ਕੀਤਾ, ਪੰਜਾਂ ਪਿਆਰਿਆਂ ਦੇ ਰੂਪ 'ਚ ਜੀ। ਜਿਹੜਾ ਬਾਣਾ ਗੁਰੂ ਸਾਹਿਬ ਜੀ ਨੇ ਪੰਜਾਂ ਪਿਆਰਿਆਂ ਨੂੰ ਬਖਸ਼ਿਸ਼ ਕੀਤਾ, ਤੇ 5 ਰਹਿਤਾਂ ਬਖਸ਼ਿਸ਼ ਕੀਤੀਆਂ, 5 ਬਾਣੀਆਂ ਬਖਸ਼ਿਸ਼ ਕੀਤੀਆਂ, ਮੂਲ ਮੰਤਰ ਗੁਰਮੰਤਰ ਦੀ ਬਖਸ਼ਿਸ਼ ਕੀਤੀ ਜੀ। ਫਿਰ ਆਪ ਉਹੋ ਹੀ ਅੰਮ੍ਰਿਤਪਾਨ ਕਰਕੇ ਆਪ ਹੀ ਉਹੋ ਹੀ ਬਾਣਾ ਪੈਂਦੇ ਜੀ। ਤੇ ਗੁਰੂ ਸਾਹਿਬ ਜੀ ਗੋਬਿੰਦ ਰਾਏ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਣੇ ਜੀ। ਤੇ ਇੱਕ ਨਿਹੰਗ ਸਿੰਘ ਉਹ ਵੱਖਰਾ ਪੰਥ ਨੇ, ਉਹੀ ਰੂਪ ਸਰੂਪ ਜਿਹੜਾ ਗੁਰੂ ਸਾਹਿਬ ਜੀ ਨੇ ਖਾਲਸਾ ਪੰਥ ਪੰਜਾਂ ਪਿਆਰਿਆਂ ਦੇ ਰੂਪ 'ਚ ਪ੍ਰਗਟ ਕੀਤਾ ਸੀ, ਉਹਨਾਂ ਨੂੰ ਜਿਹੜਾ ਸਰੂਪ ਨੂੰ, ਉਸ ਮਾਨ ਮਰਜ਼ਾਦਾ ਨੂੰ, ਸ਼ਸਤਰਾਂ ਬਸਤਰਾਂ ਨੂੰ, ਬਾਣੇ ਨੂੰ ਜਿਨ੍ਹਾਂ ਨੇ ਸਾਂਭ ਕੇ ਰੱਖਿਆ, ਉਹਨਾਂ ਨੂੰ ਆਪਾਂ ਨਿਹੰਗ ਸਿੰਘ ਕਹਿੰਦੇ ਜੀ। ਪਰ ਅੱਜ ਸਮਾਂ ਇੱਦਾਂ ਦਾ ਆ ਗਿਆ ਵੀ
ਅਸਲੀ ਨਕਲੀ ਦਾ ਆਮ ਸੰਗਤ ਨੂੰ ਪਤਾ ਨਹੀਂ ਲੱਗਦਾ ਵੀ ਅਸਲੀ ਕਿਹੜਾ ਤੇ ਨਕਲੀ ਕਿਹੜਾ। ਨਿਹੰਗ ਸਿੰਘਾਂ ਦੇ ਦਲ ਜਿਹੜੇ ਪੁਰਾਤਨ ਸਮੇਂ ਤੋਂ ਚੱਲੇ ਆਉਂਦੇ ਆ ਜੀ। ਦੇਖੋ ਲੰਬੀ ਕਥਾ ਆ ਜੀ। ਤੇ ਪਹਿਲੇ ਜਿਹੜੇ ਮੁਖੀ ਸੀ ਉਹਨਾਂ ਤੋਂ ਬਾਅਦ ਫਿਰ ਵਾਰੀ ਸਾਰੇ ਬਦਲਦੇ ਰਹੇ। ਫਿਰ ਬੁੱਢਾ ਦਲ ਤੇ ਤਾਲਾ ਦਲ ਬਣਿਆ, 5 ਜਥੇ ਤਾਲੇ ਦਲ ਦੇ ਬਣੇ ਤੇ ਇੱਦਾਂ ਫਿਰ ਗਾਹਾਂ ਹੋਰ ਜਥੇਬੰਦੀਆਂ। ਜੇ ਕਿਸੇ ਨੇ ਕੋਈ ਜਥੇਬੰਦੀ ਕਾਇਮ ਕਰ ਲਈ ਜਾਂ ਕਿਸੇ ਦੇ ਮਨ 'ਚ ਹੈਗਾ ਮੈਂ ਧਰਮ ਪ੍ਰਚਾਰ ਦੀ ਸੇਵਾ ਕਰ ਲਈ, ਸਿੱਖੀ ਦੀ ਸੇਵਾ ਕਰ ਲਈ, ਤਾਂ ਇਹ ਬੁੱਢੇ ਦਲ ਕੋਲ ਅਧਿਕਾਰ ਹੁੰਦਾ ਸੀ। ਉਹਦੇ ਜਿਹੜੇ ਸਿੰਘ ਸਾਹਿਬ ਜਥੇਦਾਰ ਹੈਗੇ ਬੁੱਢੇ ਦਲ ਦੇ, ਉਹਨਾਂ ਕੋਲ ਜਾਵੇ, ਮੇਰੇ ਕੋਲ ਇੰਨੇ ਘੋੜੇ ਆ ਜੀ, ਆਹ ਮੈਂ ਸ਼ਸਤਰ ਮੇਰੇ ਕੋਲ ਆ, ਬਾਕੀ ਮੈਂ ਜਿਹੜਾ ਹੈਗਾ ਜਥੇਬੰਦੀ ਕਾਇਮ ਕਰਨੀ ਚਾਹੁੰਦਾ, ਉਹ ਅਰਦਾਸ ਕਰਨ ਲਿਖਤੀ ਰੂਪ 'ਚ ਆਗਿਆ ਦੇਣ, ਤਾਂ ਫਿਰ ਤੇ ਉਹ ਜਿਹੜਾ ਦਲ ਆ ਉਹਦੇ ਕੋਲ ਨੀਲਾ ਨਿਸ਼ਾਨ ਸਾਹਿਬ ਤੇ ਨਗਾਰਾ, ਬੁੱਢਾ ਦਲ ਬਖਸ਼ਿਸ਼ ਕਰੇ ਜੀ, ਅਰਦਾਸ ਕਰਕੇ ਤੋਰੇ, ਉਹ ਪ੍ਰਵਾਨਤ ਦਲ ਆ ਜੀ। ਉਹਨਾਂ ਦਾ ਕੰਮ ਕੀ ਹੈ? ਚੱਕਰਵਰਤੀ ਹੋ ਕੇ ਗੁਰਮਤਿ ਦਾ, ਸਿੱਖੀ ਦਾ ਪ੍ਰਚਾਰ ਕਰਨਾ, ਜੋੜ ਮੇਲਿਆਂ ਦੇ ਪਹੁੰਚ ਕੇ ਸ੍ਰੀ ਅਖੰਡ ਪਾਠ ਸਾਹਿਬ ਕਰਨੇ ਜੀ, ਤੇ ਅੰਮ੍ਰਿਤ ਪ੍ਰਚਾਰ ਕਰਨਾ, ਤੇ ਲੰਗਰਾਂ ਦੀ ਸੇਵਾ ਕਰਨੀ, ਤੇ ਸੰਗਤਾਂ ਨੂੰ ਬਾਣੇ ਨਾਲ ਜੋੜਨਾ ਜੀ। ਤੇ ਪਰ ਹੁਣ ਤਾਂ ਪਤਾ ਨਹੀਂ, ਨਾ ਨਿਸ਼ਾਨ, ਨਾ ਤੁਲਸਾ, ਨਾ ਘੋੜਾ, ਨਾ ਸ਼ਸਤਰ, ਨਾ ਅਖੰਡ ਪਾਠ, ਨਾ ਅੰਮ੍ਰਿਤ ਪ੍ਰਚਾਰ, ਨਾ ਕੋਈ ਲੰਗਰ ਦੀ ਸੇਵਾ, ਨਾ ਕੋਈ ਹੋਰ ਸੇਵਾ। ਲਿਖਤੀ ਰੂਪ 'ਚ ਲਿਖ ਦਿੰਦੇ ਫਲਾਨਾ ਦਲ ਜੀ, ਫਲਾਨਾ ਦਲ ਜੀ। ਉਹ ਇੱਦਾਂ ਕਈ ਦਲ ਬਣ ਗਏ। ਪਰ ਕਈ ਇੱਦਾਂ ਵੀ ਹੈਗੇ ਵੀ ਬਾਣਾ ਪਾਇਆ, ਸਵੇਰ ਨੂੰ ਪਾਇਆ, ਰਾਤ ਨੂੰ ਲਾ ਕੇ ਰੱਖ ਦੇਣਾ ਜੀ, ਮੁੜ ਕੇ ਫਿਰ ਪਾਲਣਾ ਲੋੜ ਪਈ ਤਾਂ ਪਾਲਣਾ, ਨਹੀਂ ਤਾਂ ਲਾ ਕੇ ਰੱਖ ਦੇਣਾ ਜੀ। ਬੜੇ ਬਾਬਾ ਜੀ ਜੇ ਕੋਈ ਅੰਮ੍ਰਿਤ ਛਕਣ ਆਉਂਦਾ ਸੀ ਨਾ, ਬਾਬਾ ਜੀ ਹਰੀਆ ਮੇਲਾ ਵਾਲੇ ਸੱਚਖੰਡ ਵਾਸੀ ਸਿੰਘ ਸਾਹਿਬ, ਬਾਬਾ ਹਰਭਜਨ ਸਿੰਘ ਜੀ, ਉਹਨਾਂ ਦੇ ਇੱਕ ਨਿਯਮ ਸੀ ਇਹ ਬਾਬਾ ਜੀ ਅੰਮ੍ਰਿਤ ਛਕਣਾ, ਕਹਿੰਦੇ 7 ਵਜੇ। ਇੱਕ ਤਾਂ ਇਹ ਵੀ 1 ਸਾਲ ਰਹਿਤ ਰੱਖਣੀ ਹੈ, ਸੱਚ ਹੈ ਜੀ, ਤੇ ਨਿਤਨੇਮ ਕਰਨਾ, 1 ਸਾਲ ਬਾਅਦ ਅੰਮ੍ਰਿਤ ਛਕਾਉਣਾ ਜੀ। ਫਿਰ ਉਹਨੂੰ ਇਹ ਕਹਿਣਾ ਵੀ ਜੇ ਤਾਂ ਬਾਣਾ ਪਾਉਣਾ ਤਾਂ ਅੰਮ੍ਰਿਤ ਛਕਾਉਣਾ, ਨਹੀਂ ਤਾਂ ਜਿੱਥੋਂ ਮਰਜ਼ੀ ਛਕ ਲਏ ਜੀ। ਬਾਣਾ ਪਾ ਕੇ ਫਿਰ ਲੋੜਾ ਨਹੀਂ ਹਾਂਜੀ, ਉਹਨੂੰ ਫਿਰ ਅੰਮ੍ਰਿਤ ਛਕਾਉਂਦੇ ਸੀ। ਜੇ ਕੋਈ ਲਾਵੇ ਤਾਂ ਜਾ ਕੇ ਪੁੱਛ ਪੜਤਾਲ ਵੀ ਕਰਦੇ ਸੀ। ਜਿੱਦਾਂ ਕੋਈ ਬੂਟਾ ਲਾਓ, ਉਹਨੂੰ ਪਾਣੀ ਨਾ ਪਾਓ, ਉਹਦੀ ਦੇਖਭਾਲ ਨਾ ਕਰੋ, ਟੁੱਟ ਭੱਜ ਜਾਂਦਾ, ਖਤਮ ਹੋ ਜਾਂਦਾ ਜੀ। ਸੋ ਹੁਣ ਥੋੜ੍ਹਾ ਜਿਹਾ ਨਾ ਇਹ ਬੰਨ ਸ਼ੁਭ ਜਿਹਾ ਖੁੱਲ੍ਹ ਗਿਆ ਜ਼ਿਆਦੇ, ਸੰਗਤ ਨੂੰ ਆਮ ਪਤਾ ਨਹੀਂ। ਇੱਕ ਵਾਰੀ ਮੈਨੂੰ ਪੁੱਛਿਆ ਸੰਗਤ ਨੇ ਵੀ ਦੱਸੋ ਜੀ ਅਸਲੀ ਨਕਲੀ ਦਾ ਕਿੱਦਾਂ ਅਸੀਂ ਕਿੱਦਾਂ ਪਛਾਣ ਕਰੀਏ ਜੀ। ਮੈਂ ਕਿਹਾ ਇੱਕੋ ਹੀ ਪਛਾਣ ਤੁਹਾਨੂੰ ਦੱਸਦੇ ਨੇ, ਬਾਕੀ ਨਹੀਂ ਤੁਹਾਨੂੰ ਪਤਾ ਲੱਗਣਾ, ਬਾਕੀ ਤਾਂ ਸਾਨੂੰ ਪਤਾ, ਅਸੀਂ ਵਿੱਚ ਰਹਿੰਦੇ ਹਾਂ ਜੀ। ਕਹਿੰਦੇ ਕੀ? ਮੈਂ ਕਿਹਾ ਅਸਲ ਨਿਹੰਗ ਸਿੰਘ ਜਿਹੜਾ ਉਹ ਤੁਹਾਨੂੰ ਕਦੀ ਮੰਗਦਾ ਨਹੀਂ ਦਿਸੂਗਾ, ਏਦਾਂ ਹੱਥ ਕਰਕੇ ਮੰਗਦਾ ਨਹੀਂ ਦਿਸ। ਜੇ ਮੰਗਦਾ ਦਿਸੇ ਤਾਂ ਸਮਝ ਲਓ ਵੀ ਅਸਲੀ ਨਿਹੰਗ ਸਿੰਘ ਦੀ। ਪੁਰਾਤਨ ਨਿਹੰਗ ਸਿੰਘ ਤਾਂ ਏਦਾਂ ਸੀ ਵੀ ਜੇ ਕੋਈ ਦੇਵੇ ਵਸਤੂ ਤਾਂ ਕਹਿਣਾ ਇੱਥੇ ਰੱਖ ਦਿਓ, ਉੱਥੋਂ ਚੱਕਣੀ, ਜੇ ਇਹਦਾ ਹੱਥ ਕਰਕੇ ਫੜਦੇ ਵੀ ਨਹੀਂ ਸੀ। ਤੇ ਇਸ ਕਰਕੇ ਉਹ ਨਾ ਨਿਸ਼ਾਨ, ਨਾ ਤੁਲਸਾ, ਨਾ ਕੋਈ ਘੋੜਾ, ਨਾ ਕੋਈ ਮਾਨ ਮਰਜ਼ਾਦਾ, ਨਾ ਅੰਮ੍ਰਿਤ ਪ੍ਰਚਾਰ, ਨਾ ਅਖੰਡ ਪਾਠ, ਨਾ ਲੰਗਰ ਦੀ ਸੇਵਾ, ਨਾ ਸਿੱਖੀ ਦੀ ਸੇਵਾ। ਇਸ਼ਤਿਹਾਰੀ ਜਿਹੜੇ ਇੱਦਾਂ ਦਲ ਬਣ ਜਾਂਦੇ ਤਾਂ ਉਹ ਫਿਰ ਕਈ ਇੱਦਾਂ ਦੇ ਕੰਮ ਕਰਦੇ। ਕਈ ਗੱਲਾਂ ਇੱਦਾਂ ਦੀਆਂ ਜਿਹੜੀਆਂ ਫਿਰ ਸੰਗਤ ਨੂੰ ਦੇਖ ਕੇ ਸ਼ਰਧਾ ਟੁੱਟਦੀ ਹੈ ਜੀ। ਤੇ ਨਿਹੰਗ ਸਿੰਘ, ਇੱਕ ਨਿਹੰਗ ਸਿੰਘ ਬਾਣੇ ਵਾਲਾ ਕਰੇ ਭਾਵੇਂ ਨਕਲੀ ਚਾਹੇ ਅਸਲੀ, ਉਹ ਸਾਰੇ ਉਹਦੇ 'ਚ ਅਸੀਂ ਲਪੇਟ ਹੋ ਜਾਂਦੇ। ਉਹ ਨਿਹੰਗ ਸਿੰਘ ਨੇ ਉੱਥੇ ਆਹ ਕੀਤਾ ਜੀ ਜੀ ਜੀ। ਜੇ ਕਹੋ ਵੀ ਇਹ ਅਸਲੀ ਨਹੀਂ, ਪਤਾ ਤਾਂ ਹੈਗਾ ਜਿਹੜੇ ਦਲਾਂ ਦੇ ਮੁਖੀ ਸਿੰਘ ਸਾਹਿਬ ਆ ਜੀ, ਜੇ ਕਹੋ ਤਾਂ ਫਿਰ ਕਿਸੇ ਨੂੰ ਤਕਲੀਫ ਵੀ ਹੁੰਦੀ ਵੀ ਨਕਲੀ ਕਹਿ ਦਿੱਤਾ ਜੀ, ਹੈਗਾ ਨਕਲੀ ਤਾਂ ਕੰਮ ਵੀ ਨਕਲੀ ਵਾਲਾ ਕਰ ਲਾ, ਜੇ ਨਕਲੀ ਕਹਿ ਦਿੱਤਾ ਫੇਰ ਕੀ ਹੈ ਜੀ ਜੀ ਜੀ। ਬਾਬਾ ਜੀ ਕਿਉਂਕਿ ਹੁਣ ਸਾਕਾ ਪਾਉਂਟਾ ਸਾਹਿਬ ਦੀ ਅਸੀਂ ਗੱਲ ਕਰ ਰਹੇ ਹਾਂ, ਕੀ ਹੁਣ ਸਾਲ ਬਾਅਦ ਉੱਥੇ ਕੋਈ ਸਮਾਗਮ ਵਗੈਰਾ ਕਰਵਾਏ ਜਾਂਦੇ ਆ ਜਾਂ ਤੁਹਾਡੀ ਜਥੇਬੰਦੀ ਵੱਲੋਂ? ਸਾਰੀਆਂ ਸੰਗਤਾਂ ਵੱਲੋਂ, ਉੱਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਕਿਉਂਕਿ ਉੱਥੇ ਦੇ ਜਿਹੜੇ ਪ੍ਰਧਾਨ ਸਾਹਿਬ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਹੁੰਦੇ ਆ, ਜਿਹੜਾ ਵੀ ਕੋਈ ਪ੍ਰਧਾਨ ਸਾਹਿਬ ਹੋਵੇ, ਤੇ ਰਲ ਕੇ ਆਪਣੀ ਜਥੇਬੰਦੀ ਵੱਲੋਂ ਹਰ ਸਾਲ ਜੀ। ਅੱਗੇ ਹੁੰਦਾ ਸੀ ਵੀ 22 ਮਈ ਨੂੰ ਉਸੇ ਦਿਨ ਭੋਗ ਪਾਉਣਾ ਜੀ। ਹੁਣ 3 ਸਾਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਹ ਮਤਾ ਪਾਸ ਕਰ ਦਿੱਤਾ, ਧਰਮ ਪ੍ਰਚਾਰ ਕਮੇਟੀ ਨੇ ਵੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ, ਜਿੱਦਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਮੰਜੀ ਹਾਲ, ਮੰਜੀ ਸਾਹਿਬ ਦੀਵਾਨ ਹਾਲ 'ਚ ਬਾਕੀ ਸ਼ਹੀਦਾਂ ਸਿੰਘਾਂ ਦੇ ਦਿਹਾੜੇ, ਨਨਕਾਣਾ ਸਾਹਿਬ ਦਾ ਸਾਕੇ ਦਾ, ਪੰਜਾ ਸਾਹਿਬ ਦੇ ਸਾਕੇ ਦਾ, ਹੋਰ ਸਾਕਿਆਂ ਦੇ ਸ਼ਹੀਦਾਂ ਸਿੰਘਾਂ ਦੇ ਦਿਹਾੜੇ ਬਣਾਏ ਜਾਂਦੇ ਆ। ਇਸੇ ਤਰ੍ਹਾਂ ਲਿਖਤੀ ਰੂਪ 'ਚ ਉਹਨਾਂ ਨੇ ਪਾਸ ਕਰ ਦਿੱਤਾ ਵੀ ਪੌਂਡੇ ਸਾਹਿਬ ਦੇ ਜਿਹੜੇ ਸਿੰਘ 22 ਮਈ ਸੰਨ 1964 ਦੇ ਮਿਸਲ ਸ਼ਹੀਦਾਂ ਤਾਲਾ ਦਲ ਹਰੀਆ ਮੇਲਾ ਜਥੇਬੰਦੀ ਦੇ 11 ਸਿੰਘ ਜਿਹੜੇ ਸ਼ਹੀਦ ਹੋਏ, ਗੁਰਧਾਮ ਨੂੰ ਆਜ਼ਾਦ ਕਰਵਾਇਆ ਜਿਨ੍ਹਾਂ ਨੇ, ਉਹਨਾਂ ਦਾ ਵੀ ਜਿਹੜਾ ਸ਼ਹੀਦੀ ਦਿਹਾੜਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਮਨਾਇਆ ਕਰੋ। ਇਸ ਕਰਕੇ ਅਸੀਂ
22 ਨੂੰ ਤਾਂ 22 ਮਈ ਨੂੰ ਤਾਂ ਇੱਥੇ ਹੁੰਦਾ ਜੀ ਮੰਜੀ ਸਾਹਿਬ। ਜੀ ਉੱਥੇ ਸ੍ਰੀ ਅਖੰਡ ਪਾਠ ਆਰੰਭ ਹੋਣੇ ਆ ਜੀ 20 ਨੂੰ, ਜੀ ਤੇ 22 ਨੂੰ ਸਵੇਰੇ ਪਹਿਲਾਂ ਕਥਾ ਹੋਣੀ ਜੀ। ਜੀ, ਉਹਦੇ ਬਾਅਦ ਫਿਰ ਅਖੰਡ ਪਾਠ ਦੇ ਭੋਗ ਪੈਣੇ। ਤਾਂ 23 ਨੂੰ ਪੌਂਟਾ ਸਾਹਿਬ ਹੁਣ ਇੱਕ ਦਿਨ ਅੱਗੇ ਕਰ ਲਿਆ ਕਿ ਉੱਥੇ ਵੀ ਪਹੁੰਚਣਾ ਹੁੰਦਾ ਜੀ ਜੀ। ਇੱਦਾਂ ਹੈ ਜੀ। ਮਤਲਬ ਇਸ ਵਾਰ ਵੀ ਅਸੀਂ ਥੋੜੇ ਦਿਨਾਂ ਤੱਕ ਮਨਾਇਆ ਜਾਏ। ਇਸ ਵਾਰ ਵੀ ਜਿਹੜਾ ਨਾ ਜੀ ਜਿੱਦਾਂ 19 20 21 ਉੱਥੇ ਅਸਥਾਨ ਹੈ ਗੁਰਦੁਆਰਾ ਗੁਪਤਸਰ ਜਿਹੜਾ ਜਥੇਬੰਦੀ ਦੇ ਪ੍ਰਬੰਧ ਵਿੱਚ ਆ। ਜੀ ਇਹ ਪਿੰਡ ਭੁੰਗ ਨੀਚੇ ਪੌੜਾ ਸਾਹਿਬ ਤੋਂ 3 ਮੀਲ ਤੇ, ਜੀ। ਉੱਥੇ ਵੀ ਸ਼ਹੀਦਾਂ ਸਿੰਘਾਂ ਦੀ ਯਾਦ ਵਿੱਚ ਹਰ ਸਾਲ ਜੀ। ਸ੍ਰੀ ਅਖੰਡ ਪਾਠਾਂ ਦੀ ਸੇਵਾ, ਲੰਗਰ ਦੀ ਸੇਵਾ, ਦੀਵਾਨ ਸਜਦੇ ਆ ਜੀ। 19 20 21 ਉੱਥੇ ਹੋਣਾ ਜੀ, ਜੀ ਤੇ 20 21 22 ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉੱਥੇ ਹੋਣਾ ਜੀ। ਜੀ ਤੇ 23 ਮਈ ਦਿਨ ਸੋਮਵਾਰ ਨੂੰ ਜੀ ਦਰਬਾਰ ਸ੍ਰੀ ਪੌਂਟਾ ਸਾਹਿਬ, ਤੇ 22 ਮਈ 1964 ਦੇ 11 ਸ਼ਹੀਦ ਸਿੰਘਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਹੋਣੇ ਆ ਜੀ। ਠੀਕ ਹੈ ਬਾਬਾ ਜੀ, ਬਹੁਤ ਬਹੁਤ ਧੰਨਵਾਦ ਆਪ ਜੀ ਨੇ ਆਪਣਾ ਕੀਮਤੀ ਟਾਈਮ ਸਾਨੂੰ ਦਿੱਤਾ। ਇਹ ਸੀ ਬਾਬਾ ਨਿਹਾਲ ਸਿੰਘ ਜੀ ਜਿਨ੍ਹਾਂ ਨੂੰ ਜਿੰਦਾ ਸ਼ਹੀਦ ਦਾ ਰੁਤਬਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਬਾ ਜੀ ਨੂੰ ਮਿਲਿਆ, ਕਿਉਂਕਿ ਇਹ ਉਹ ਸਾਕੇ ਦੇ ਇਸ ਟਾਈਮ ਗਵਾਹ ਨੇ ਜਦੋਂ ਸਾਕਾ ਪੌਂਟਾ ਸਾਹਿਬ ਵਿਖੇ ਹੋਇਆ। ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਮੇਰੀ ਬਾਣ ਸਰਦਾਰ ਗੁਰਪ੍ਰੀਤ ਸਿੰਘ ਜੀ ਨਾਲ ਦੇ ਸਹਿਯੋਗੀ ਸੱਜਣ ਸਾਰਿਆਂ ਨੂੰ ਹੱਥ ਜੋੜ ਕੇ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।